विद्यार्थियों ਅਤੇ अध्यापक साथियों, इस वीडियो ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਹੋਰ ਜਿਓਮੈਟ੍ਰੀਕਲ ਡਰਾਇੰਗ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ। ਮਕੈਨੀਕਲ ਡਰਾਇੰਗ 9ਵੀਂ ਸ਼੍ਰੇਣੀ ਲਈ ਸੈਟ ਨੰਬਰ 3। ਦਿੱਤੇ ਹੋਏ ਮਾਪਕ ਚਿੱਤਰ ਸਧਾਰਨ ਕੁਰਸੀ ਦਾ ਮੱਥਾ, ਪਾਸਾ ਅਤੇ ਤਲ ਬਣਾਓ। ਪੈਮਾਨਾ 1 ਸੈਂਟੀਮੀਟਰ ਬਰਾਬਰ ਹੈ 4 ਸੈਂਟੀਮੀਟਰ ਦੇ। ਸਕੇਲ ਦੀ ਲੰਬਾਈ 38 ਸੈਂਟੀਮੀਟਰ ਹੈ, ਚੌੜਾਈ ਵੀ 38 ਸੈਂਟੀਮੀਟਰ ਹੈ, ਉਚਾਈ 76 ਸੈਂਟੀਮੀਟਰ ਹੈ। ਸਭ ਤੋਂ ਪਹਿਲਾਂ ਅਸੀਂ ਸਕੇਲ ਸੰਬੰਧੀ ਜਾਣਕਾਰੀ ਪ੍ਰਾਪਤ ਕਰਾਂਗੇ। ਸਾਨੂੰ ਕੁਰਸੀ ਦਾ ਸਕੈਚ ਦਿੱਤਾ ਹੋਇਆ ਹੈ। ਜਿਸ ਪਾਸੇ ਉੱਪਰ ਲਾਲ ਰੰਗ ਕੀਤਾ ਹੋਇਆ ਹੈ ਉਹ ਸਾਡਾ ਐਲੀਵੇਸ਼ਨ ਹੈ। ਜਿਸ ਪਾਸੇ ਉੱਪਰ ਹਰਾ ਰੰਗ ਕੀਤਾ ਹੋਇਆ ਹੈ ਉਹ ਸਾਡੀ ਸਾਈਡ ਹੈ। ਜਿਸ ਸਥਾਨ ਉੱਪਰ ਨੀਲਾ ਰੰਗ ਕੀਤਾ ਹੋਇਆ ਹੈ ਉਹ ਸਾਡਾ ਤਲ ਹੈ। ਇਸ ਸਕੇਲ ਵਿੱਚ ਲੰਬਾਈ ਅਤੇ ਚੌੜਾਈ ਬਰਾਬਰ ਹੈ। ਉਚਾਈ 76 ਸੈਂਟੀਮੀਟਰ ਹੈ। ਉਚਾਈ ਸਕੇਲ ਦੀ ਜ਼ਿਆਦਾ ਹੈ, ਇਸ ਲਈ ਅਸੀਂ ਪੇਜ ਨੂੰ ਖੜੇ ਰੁੱਖ ਵਰਤਾਂਗੇ, ਭਾਵ ਵੱਧ ਪਮੈਸ਼ ਵਾਲੇ ਪਾਸੇ ਅਸੀਂ ਉਚਾਈ ਨੂੰ ਕੱਟਾਂਗੇ। ਸਕੇਲ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਸਕੇਲ ਦੀ ਕੁੱਲ ਲੰਬਾਈ ਅਤੇ ਕੁੱਲ ਉਚਾਈ ਪਤਾ ਕਰਨੀ ਜ਼ਰੂਰੀ ਹੈ। ਸਕੇਲ ਦੀ ਕੁੱਲ ਲੰਬਾਈ, ਇਸ ਪਮੈਸ਼ ਵਿੱਚ 2 ਪਮੈਸ਼ਾਂ ਜੁੜਦੀਆਂ ਹਨ, ਲੰਬਾਈ ਜੋੜ ਚੌੜਾਈ। ਲੰਬਾਈ ਤੇ ਚੌੜਾਈ ਨੂੰ ਜੋੜੋ। ਲੰਬਾਈ 38, ਚੌੜਾਈ ਵੀ 38 ਸੈਂਟੀਮੀਟਰ ਹੈ। 38 ਤੇ 38 76 ਸੈਂਟੀਮੀਟਰ। ਕੁੱਲ ਉਚਾਈ ਦੇ ਵਿੱਚ ਵੀ 2 ਪਮੈਸ਼ਾਂ ਜੋੜੀਆਂ ਜਾਂਦੀਆਂ ਹਨ, ਉਚਾਈ ਜੋੜ ਚੌੜਾਈ। ਉਚਾਈ ਸਾਡੀ ਇਕੱਲੀ 76 ਸੈਂਟੀਮੀਟਰ ਹੈ ਅਤੇ ਚੌੜਾਈ 38 ਸੈਂਟੀਮੀਟਰ ਹੈ। 38 ਤੇ 76 114 ਸੈਂਟੀਮੀਟਰ। ਪੇਪਰ ਵੰਡ ਕਰਨ ਲਈ ਸਾਨੂੰ ਕੁੱਲ ਲੰਬਾਈ ਅਤੇ ਕੁੱਲ ਉਚਾਈ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਅਸੀਂ ਉਚਾਈ ਵਾਲੇ ਪਾਸੇ ਸਕੇਲ ਦੀ ਪੇਪਰ ਵੰਡ ਕਰਾਂਗੇ। ਸਾਡੀ ਕੁੱਲ ਉਚਾਈ 114 ਸੈਂਟੀਮੀਟਰ ਹੈ। ਅਸੀਂ ਪੈਮਾਨਾ ਲਵਾਂਗੇ 1 ਸੈਂਟੀਮੀਟਰ 4 ਸੈਂਟੀਮੀਟਰ ਦਾ। ਹਾਸ਼ੀਏ ਦੇ ਉੱਪਰਲੇ ਕਿਨਾਰੇ ਤੋਂ 114 ਸੈਂਟੀਮੀਟਰ 'ਤੇ ਅਸੀਂ ਪੁਆਇੰਟ ਲਵਾਂਗੇ। ਪੁਆਇੰਟ ਤੋਂ ਬਾਅਦ ਜੋ ਫਾਲਤੂ ਸਥਾਨ ਬਚ ਜਾਵੇਗਾ ਉਸ ਨੂੰ 5 ਬਰਾਬਰ ਭਾਗਾਂ ਵਿੱਚ ਵੰਡਾਂਗੇ। ਨਿਊਨ ਕੋਣ ਬਣਾਉਂਦਾ ਰੇਖਾਖੰਡ ਖਿੱਚੋ। ਪ੍ਰਕਾਰ ਦੀ ਸਹਾਇਤਾ ਨਾਲ ਉਚਾਈ ਵਾਲੇ ਪਾਸੇ 5 ਬਰਾਬਰ ਭਾਗ ਕੱਟੋ। ਪ੍ਰਕਾਰ ਦੀ ਸਹਾਇਤਾ ਨਾਲ 5 ਬਰਾਬਰ ਭਾਗ ਕੱਟੋ। 1 2 3 4 5। ਅਖੀਰਲੇ ਭਾਗ ਨੂੰ
ਹਾਸ਼ੀਏ ਦੇ ਕਾਰਨਰ ਨਾਲ ਮਿਲਾਓ। ਰੇਖਾਖੰਡ 5 ਦੇ ਸਮਾਨ ਅੰਤਰ ਕ੍ਰਮਵਾਰ 4, 3, 2 ਅਤੇ 1 ਵਿੱਚੋਂ ਦੀ ਸਮਾਨ ਅੰਤਰ ਰੇਖਾਵਾਂ ਖਿੱਚੋ। ਸੈਟ ਸਕੁਅਰ ਸੈੱਟ ਕਰੋ। ਦੂਸਰੇ ਪਾਸੇ ਸਕੇਲ ਸੈੱਟ ਕਰੋ। ਚਾਰ ਵਿੱਚੋਂ ਦੀ 3 ਵਿੱਚੋਂ ਦੀ 2 ਵਿੱਚੋਂ ਦੀ ਅਤੇ 1 ਵਿੱਚੋਂ ਦੀ ਸਮਾਨ ਅੰਤਰ ਰੇਖਾਵਾਂ ਲਓ। ਉਚਾਈ ਵਾਲੇ ਪਾਸੇ ਦੇ ਫਾਲਤੂ ਸਥਾਨ ਨੂੰ ਅਸੀਂ 5 ਬਰਾਬਰ ਭਾਗਾਂ ਵਿੱਚ ਕੱਟ ਲਿਆ ਹੈ। ਪ੍ਰਕਾਰ ਦੀ ਸਹਾਇਤਾ ਨਾਲ ਅਸੀਂ 2 ਭਾਗ ਹੇਠਾਂ ਹੇਠਲੇ ਪਾਸੇ ਛੱਡੋ। ਦੋਨੇ ਹਾਸ਼ੀਆਂ ਤੇ ਨਿਸ਼ਾਨ ਲਾਓ। 2 ਭਾਗ ਉੱਪਰ ਕੱਟੋ। ਰੇਖਾਖੰਡਾਂ ਨੂੰ ਮਿਲਾਓ। ਦੋ ਭਾਗ ਖਾਲੀ ਸਥਾਨ ਤੋਂ ਬਾਅਦ ਕੱਲੀ ਉਚਾਈ ਸਾਡੀ 76 ਸੈਂਟੀਮੀਟਰ ਹੈ। ਕੱਲੀ ਉਚਾਈ 76 ਸੈਂਟੀਮੀਟਰ ਤੇ ਨਿਸ਼ਾਨ ਲਾਓ। ਹਾਸ਼ੀਏ ਦੇ ਦੂਸਰੇ ਪਾਸੇ ਵੀ ਨਿਸ਼ਾਨ ਲਾਓ। ਰੇਖਾਖੰਡ ਨੂੰ ਮਿਲਾਓ। ਇਸ ਲਾਈਨ ਨੂੰ ਹਾਸ਼ੀਏ ਤੋਂ ਕ੍ਰਾਸ ਕਰੋ ਅਤੇ ਡਾਰਕ ਲਾਓ। ਇਹ ਸਾਡੀ XY ਰੇਖਾਖੰਡ ਹੈ। ਹੇਠਲੇ ਰੇਖਾਖੰਡ ਤੋਂ ਜੋ ਅਸੀਂ 2 ਫਾਲਤੂ ਸਥਾਨ ਛੱਡੇ ਹਨ, 38 ਸੈਂਟੀਮੀਟਰ ਤੇ ਨਿਸ਼ਾਨ ਲਾਓ। ਚੌੜਾਈ ਸਾਡੀ 38 ਸੈਂਟੀਮੀਟਰ ਹੈ। ਚੌੜਾਈ ਸਾਡੀ 38 ਸੈਂਟੀਮੀਟਰ ਹੈ। 38 ਸੈਂਟੀਮੀਟਰ ਤੇ ਨਿਸ਼ਾਨ ਲਾਓ। ਰੇਖਾਖੰਡ ਨੂੰ ਮਿਲਾਓ। ਉਚਾਈ ਵਾਲੇ ਪਾਸੇ ਸਾਡੀ ਪੇਪਰ ਵੰਡ ਹੋ ਚੁੱਕੀ ਹੈ। ਹੁਣ ਅਸੀਂ ਲੰਬਾਈ ਵਾਲੇ ਪਾਸੇ ਪੇਪਰ ਵੰਡ ਕਰਾਂਗੇ। ਲੰਬਾਈ ਸਾਡੀ ਕੁੱਲ ਲੰਬਾਈ 76 ਸੈਂਟੀਮੀਟਰ ਹੈ। ਸ਼ੀਟ ਦੇ ਹੇਠਲੇ ਪਾਸੇ ਕਾਰਨਰ ਤੋਂ 76 ਸੈਂਟੀਮੀਟਰ ਤੇ
ਨਿਸ਼ਾਨ ਲਾਵਾਂਗੇ। ਫਾਲਤੂ ਸਥਾਨ ਨੂੰ 3 ਬਰਾਬਰ ਭਾਗਾਂ ਵਿੱਚ ਵੰਡਾਂਗੇ। ਨਿਊਨ ਕੋਣ ਬਣਾਉਂਦਾ ਰੇਖਾ ਖੰਡ ਖਿੱਚੋ। ਪ੍ਰਕਾਰ ਦੀ ਸਹਾਇਤਾ ਨਾਲ 3 ਬਰਾਬਰ ਭਾਗ ਕੱਟੋ। ਨਿਊਨ ਕੋਣ ਬਣਾਉਂਦੇ ਰੇਖਾ ਖੰਡ ਦੇ ਅਖੀਰਲੇ ਭਾਗ ਨੂੰ ਹਾਸ਼ੀਏ ਦੇ ਕਾਰਨਰ ਨਾਲ ਮਿਲਾਓ। ਨਾਂ ਲਿਖੋ 1 2 3। ਤਿੰਨ ਨੰਬਰ ਰੇਖਾ ਖੰਡ ਦੇ ਸਮਾਨ ਅੰਤਰ ਕਰਮਵਾਰ ਰੇਖਾ ਖੰਡ ਲਾਓ। ਦੋ ਵਿੱਚੋਂ ਦੀ ਲਾਓ। ਇਸ ਤਰ੍ਹਾਂ ਅਸੀਂ ਫਾਲਤੂ ਸਥਾਨ ਨੂੰ 3 ਬਰਾਬਰ ਭਾਗਾਂ ਵਿੱਚ ਵੰਡ ਲਵਾਂਗੇ। ਲੰਬਾਈ ਸਾਡੀ 76 ਸੈਂਟੀਮੀਟਰ ਸੀ। ਕੁੱਲ ਉਚਾਈ ਸਾਡੀ 114 ਸੈਂਟੀਮੀਟਰ ਸੀ। ਪ੍ਰਕਾਰ ਦੀ ਸਹਾਇਤਾ ਨਾਲ ਫਾਲਤੂ ਸਥਾਨ ਖੱਬੇ ਪਾਸੇ ਸੱਜੇ ਪਾਸੇ ਛੱਡੋ। ਇੱਕ ਹਿੱਸਾ ਸੱਜੇ ਪਾਸੇ, ਇੱਕ ਹਿੱਸਾ ਸੱਜੇ ਪਾਸੇ ਖੱਬੇ ਪਾਸੇ ਛੱਡੋ। ਰੇਖਾ ਖੰਡਾਂ ਨੂੰ ਆਪਸ ਵਿੱਚ ਮਿਲਾਓ। ਲੰਬਾਈ ਵਾਲੇ ਪਾਸੇ ਫਾਲਤੂ ਸਥਾਨ ਨੂੰ ਅਸੀਂ 3 ਬਰਾਬਰ ਭਾਗਾਂ ਵਿੱਚ ਵੰਡਿਆ ਸੀ। ਇੱਕ ਭਾਗ ਅਸੀਂ ਸੱਜੇ ਪਾਸੇ ਅਤੇ ਇੱਕ ਭਾਗ ਅਸੀਂ ਖੱਬੇ ਪਾਸੇ ਛੱਡ ਕੇ ਰੇਖਾ ਖੰਡ ਲਾ ਲਏ ਹਨ। ਹੁਣ ਅਸੀਂ ਸਕੇਲ ਦੀ ਇਕੱਲੀ ਲੰਬਾਈ ਸਾਡੇ ਕੋਲੇ 38 ਸੈਂਟੀਮੀਟਰ ਹੈ। ਲੰਬਾਈ 38, ਚੌੜਾਈ ਵੀ 38। ਲੰਬਾਈ ਚੌੜਾਈ ਬਰਾਬਰ ਹਨ। ਅਸੀਂ ਫਾਲਤੂ ਸਥਾਨ ਤੋਂ 38 ਸੈਂਟੀਮੀਟਰ ਤੇ ਨਿਸ਼ਾਨ ਲਾਵਾਂਗੇ। ਹੇਠਲੇ ਰੇਖਾ ਖੰਡ ਤੇ ਲਾਵਾਂਗੇ। ਸੱਜੇ ਪਾਸੋਂ ਵੀ 38 ਸੈਂਟੀਮੀਟਰ ਤੇ ਨਿਸ਼ਾਨ ਲਾਵਾਂਗੇ। ਉੱਪਰਲੇ ਪਾਸੇ ਵੀ 38 ਸੈਂਟੀਮੀਟਰ ਤੇ ਨਿਸ਼ਾਨ ਲਾਵਾਂਗੇ। ਹੁਣ ਅਸੀਂ ਰੇਖਾ ਖੰਡ ਨੂੰ ਮਿਲਾਵਾਂਗੇ। ਲੋੜੀਂਦੀਆਂ ਪੱਕੀਆਂ ਅਤੇ ਡਾਰਕ ਲਾਈਨਾਂ ਲਾਵਾਂਗੇ।
एलीवेशन की हाइट, साइड की हाइट, एक लाइन सानू जितनी जरूरत सी उन्नी पक्की लाई गई है। फालतू लाइनां नूं असीं बाद विच मिटे देवांगे। प्लान दा बॉक्स, प्रोजैक्शन बॉक्स बन के साडे कोले तैयार हो गए हैं। हुण असीं एलीवेशन नूं पूरा करांगे। एलीवेशन में जिस तरह पहला भी दस्सिया गया है, लाल रंग किया होया है। लाल रंग वाले पासे जो पमैशां सानू दिसदियां हन, जिन्नी मोटाई दियां सानू दिसदियां हन वो असीं लावांगे। सब तो पहला असीं वो लाइन लावांगे जो ऐत दे चौड़ाई वाले पासे पूरी लाई गई है ਜਾਂ लाई जाएगी। हेठों 38 सेंटीमीटर ते अंदरले पासे 38 सेंटीमीटर, इस जगह तो 38 सेंटीमीटर ते अंदरले पासे 2 सेंटीमीटर की फट्टी है। हेठों 38 सेंटीमीटर ते निशान लाओ, 38 सेंटीमीटर के अंदर 2 सेंटीमीटर ते निशान लाओ। इस तरह ही साइड दे विच हेठों 38 सेंटीमीटर ते ते 2 सेंटीमीटर ते निशान लाओ। ये लाइनां पक्कियां लगणगियां क्योंकि सानू दिस रही हैं। 2 सेंटीमीटर की दूरी ते दूजी लाइन लाओ। असीं साइड एलीवेशन दे विच 2 सेंटीमीटर ते पूरी लाइन लाई हुई है, पूरी लाइन ला दी है। इस तरह ही ये लाइन साइड विच भी सानू दिस रही है, साइड लाइन विच भी ये लाइन लगेगी। हुण असीं एलीवेशन दे विच कुर्सी दे पावे लावांगे जो कि इस फट्टी तक जा रहे हैं। ये 4 सेंटीमीटर के हैं। 4 सेंटीमीटर ते निशान लाओ। चार सेंटीमीटर के ऊपर निशान लाओ। पावे फट्टी के हेठां दोने पासे लग चुके हैं। उपर भी दोने पासे सानू दिसदे हैं जो असीं ला दिते हैं। हुण असीं बैठण वाली फट्टी के थल्ले ये लाइन लावांगे जो कि 4 सेंटीमीटर है, जो कि 4 सेंटीमीटर है। चार सेंटीमीटर ते निशान लाओ।
टॉप के थल्ले वाली फट्टी साडी लग चुकी है जो 4 सेंटीमीटर की सी। हुण असीं हेठली फट्टी जो सपोर्ट दिती हुई है पाविਆਂ ਦੇ विचकार इस नूं लावांगे। ये हेठों 8 सेंटीमीटर छड्ड के 4 सेंटीमीटर की लाई हुई है। थल्लों 8 सेंटीमीटर ऊपर 4 सेंटीमीटर लाई हुई है। हेठों असीं 8 सेंटीमीटर के निशान लावांगे। उस तो बाद 4 सेंटीमीटर के निशान लावांगे। इस तरह ही साइड दे विच 8 सेंटीमीटर ते 4 सेंटीमीटर के निशान लावांगे। एलीवेशन दे विच साडी हेठली सपोर्ट दोने फट्टियां लग चुकियां हैं। हुण असीं उपर पूरा करांगे। बैक दे उपर की लग्या होया है, उपरों 8 सेंटीमीटर छड्ड के 4 सेंटीमीटर, उस तो बाद 18 सेंटीमीटर छड्ड के फिर 4 सेंटीमीटर की, जां असीं हेठों 4 सेंटीमीटर छड्ड के 4 सेंटीमीटर, उपरों 8 सेंटीमीटर छड्ड के 4 सेंटीमीटर की पट्टी लावांगे। उपरों शुरू करो। आठ सेंटीमीटर के निशान लाओ। चार सेंटीमीटर से दूजा निशान लाओ। टॉप तो 4 सेंटीमीटर छड्ड के 4 सेंटीमीटर छड्ड के 4 सेंटीमीटर की पट्टी लाओ। 4 सेंटीमीटर से पॉइंट लो, अगला पॉइंट फिर 4 सेंटीमीटर से लो। इसी तरह ही दूसरे रेखाखंड से 4 सेंटीमीटर से पॉइंट, अगला पॉइंट 4 सेंटीमीटर से लो। दोने पॉइंटां नूं आपस विच मिलाओ। दोने सपोर्टां साड़ियां लग चुकियां हैं। हुण असीं विचकारली फट्टी लावांगे जो कि 11 सेंटीमीटर छड्ड के खब्बे पासों ते सज्जे पासों 11-11 सेंटीमीटर छड्ड के बाकी 8 सेंटीमीटर बच जाएगी। 11 सेंटीमीटर ते निशान लाओ। 11 सेंटीमीटर ते निशान लाओ। ग्यारह सेंटीमीटर।
ਦੋਨਾਂ ਨੂੰ ਆਪਸ ਵਿੱਚ ਮਿਲਾਓ। ਐਲੀਵੇਸ਼ਨ ਦੀਆਂ ਉੱਪਰਲੀਆਂ ਲਾਈਨਾਂ ਵੀ ਲੱਗ ਚੁੱਕੀਆਂ ਹਨ। ਐਲੀਵੇਸ਼ਨ ਨੂੰ ਕੰਪਲੀਟ ਕਰਨ ਲਈ ਹੁਣ ਸਾਈਡ ਦੇ ਵਿੱਚ ਜੋ 4 ਸੈਂਟੀਮੀਟਰ 2 ਸੈਂਟੀਮੀਟਰ ਦੀ ਫੱਟੀ ਲੱਗੀ ਹੋਈ ਹੈ ਐਲੀਵੇਸ਼ਨ ਦੇ ਵਿੱਚ, ਉਹ ਸਾਨੂੰ ਦਿਸ ਨਹੀਂ ਰਹੀ, ਪਰੰਤੂ ਇਸ ਜਗ੍ਹਾ 'ਤੇ ਉਸ ਦਾ ਪ੍ਰੋਜੈਕਸ਼ਨ ਆਵੇਗਾ। ਇਸੇ ਤਰ੍ਹਾਂ ਹੀ ਖੱਬੇ ਪਾਸੇ ਉਸ ਦਾ ਪ੍ਰੋਜੈਕਸ਼ਨ ਇਸ ਸਥਾਨ 'ਤੇ ਆਵੇਗਾ। ਇਹ ਫੱਟੀ ਪਿੱਛੇ ਲੱਗੀ ਹੋਈ ਹੈ ਪਰੰਤੂ ਸਾਨੂੰ ਦਿਸ ਨਹੀਂ ਰਹੀ। ਇਹ 2 ਸੈਂਟੀਮੀਟਰ ਦੀ ਹੈ। ਇਹ ਦੋਨੇ ਫੱਟੀਆਂ ਦਾ ਪ੍ਰੋਜੈਕਸ਼ਨ ਅਸੀਂ ਲਾ ਦਿੱਤਾ ਹੈ। ਹੁਣ ਹੇਠਲੇ ਪਾਸੇ ਸਾਈਡ ਦੇ ਵਿੱਚ ਜੋ ਸਪੋਰਟ ਲੱਗੀ ਹੋਈ ਹੈ ਐਲੀਵੇਸ਼ਨ ਦੇ ਵਿੱਚ, ਉਸ ਨੂੰ ਸਾਨੂੰ ਇੱਥੇ ਬਿਠਾਉਣਾ ਪਵੇਗਾ ਕਿਉਂਕਿ ਲੱਗੀ ਹੋਈ ਹੈ, ਸਾਨੂੰ ਦਿਸ ਨਹੀਂ ਰਹੀ। ਇਸ ਕਰਕੇ ਅਸੀਂ ਕੱਚੀਆਂ ਲਾਈਨਾਂ ਨਾਲ ਦਰਸਾਵਾਂਗੇ। ਦਾਣੇਦਾਰ ਰੇਖਾ ਖੰਡ ਲਾਓ। ਐਲੀਵੇਸ਼ਨ ਸਾਡਾ ਪੂਰਾ ਹੋ ਚੁੱਕਾ ਹੈ। ਹੁਣ ਅਸੀਂ ਸਾਈਡ ਨੂੰ ਕੰਪਲੀਟ ਕਰਾਂਗੇ। ਸਾਈਡ ਦੀ ਪਹਿਲਾਂ ਅਸੀਂ ਇਹ ਫੱਟੀ ਲਾਵਾਂਗੇ ਜੋ ਅਸੀਂ ਪਹਿਲਾਂ ਹੀ ਲਾ ਚੁੱਕੇ ਹਾਂ। ਹੁਣ ਅਸੀਂ ਪਾਵੇ ਲਾਵਾਂਗੇ ਹੇਠੋਂ। ਇਹ ਪਾਵਾ ਸਾਨੂੰ ਹੇਠੋਂ ਲੈ ਕੇ ਉੱਪਰ ਤੱਕ ਦਿਸਦਾ ਹੈ, ਇਹ ਅੱਧ ਤੱਕ ਦਿਸਦਾ ਹੈ। 4 ਸੈਂਟੀਮੀਟਰ ਦਾ ਨਿਸ਼ਾਨ ਲਾਓ। ਪਾਵੇ ਅਸੀਂ ਲਾ ਦਿੱਤੇ ਹਨ। ਹੁਣ ਅਸੀਂ ਟੌਪ ਦੇ ਹੇਠਲੀ ਪੱਟੀ ਜੋ 4 ਸੈਂਟੀਮੀਟਰ ਹੈ ਇਸ ਨੂੰ ਲਾਵਾਂਗੇ। ਐਲੀਵੇਸ਼ਨ ਵਿੱਚ ਇਹ ਫੱਟੀ ਪਹਿਲਾਂ ਲਾਈ ਜਾ ਚੁੱਕੀ ਹੈ। ਇਸੇ ਦੀ ਪਮੈਸ਼ ਨੂੰ ਸਾਈਡ ਵਿੱਚ ਲੈ ਆਓ। चार सेंटीमीटर है जो कि 4 सेंटीमीटर है। ਹੁਣ ਸਾਈਡ ਦੇ ਵਿੱਚ ਅਸੀਂ ਇਹ ਸਪੋਰਟ ਲਾਉਣੀ ਹੈ ਜੋ ਕਿ 4-4 ਦੀ ਹੈ। ਇਹ ਐਲੀਵੇਸ਼ਨ ਵਿੱਚ ਵੀ ਲੱਗੀ ਹੋਈ ਹੈ। ਅਸੀਂ ਐਲੀਵੇਸ਼ਨ ਦੀ ਸਹਾਇਤਾ ਨਾਲ ਇਸ ਨੂੰ ਪੂਰਾ ਕਰਾਂਗੇ। ਸਾਈਡ ਦੇ ਵਿੱਚ ਵੀ ਅਸੀਂ
ਪਾਵਾ ਲਾ ਦਿੱਤਾ ਹੈ। ਇਹ ਫੱਟੀ ਵੀ ਅਸੀਂ ਲਾ ਦਿੱਤੀ ਹੈ। ਹੇਠਲੀ ਸਪੋਰਟ ਵੀ ਅਸੀਂ ਲਾ ਦਿੱਤੀ ਹੈ। ਉਸ ਤੋਂ ਹੇਠਲੀ ਸਪੋਰਟ ਵੀ ਅਸੀਂ ਲਾ ਦਿੱਤੀ ਹੈ। ਪਾਵੇ ਵੀ ਸਾਡੇ ਲੱਗ ਚੁੱਕੇ ਹਨ। ਹੁਣ ਅਸੀਂ ਐਲੀਵੇਸ਼ਨ ਦੇ ਵਿੱਚ ਜੋ ਫੱਟੀਆਂ ਲੱਗੀਆਂ ਹੋਈਆਂ ਹਨ ਪਰੰਤੂ ਸਾਈਡ ਦੇ ਵਿੱਚ ਸਾਨੂੰ ਦਿਸ ਨਹੀਂ ਰਹੀਆਂ, ਉਹ ਇਸ ਸਥਾਨ 'ਤੇ ਆਉਣਗੀਆਂ। ਉਰੇ ਕੱਚੀ ਲਾਈਨ ਅਸੀਂ ਲਾ ਕੇ ਦਿਖਾਵਾਂਗੇ। ਇਸੇ ਤਰ੍ਹਾਂ ਹੀ ਐਲੀਵੇਸ਼ਨ ਦੇ ਵਿੱਚ ਜੋ ਸਪੋਰਟ ਲੱਗੀ ਹੋਈ ਹੈ ਉਹ ਇਸ ਸਥਾਨ 'ਤੇ ਕੱਚੀ ਲਾ ਕੇ ਅਸੀਂ ਦਰਸਾਵਾਂਗੇ। ਇਹ 2 ਸੈਂਟੀਮੀਟਰ ਮੋਟਾਈ ਦੀ ਹੈ। ਅੱਧ ਵਿੱਚ ਕੱਚੀ ਲਾਈਨ ਲਾਓ। ਇਹ ਸਪੋਰਟਾਂ ਪੂਰੀਆਂ 4-4 ਸੈਂਟੀਮੀਟਰ ਦੀਆਂ ਹਨ। ਇਸ ਲਈ ਅਸੀਂ ਪਾਵੇ ਦੇ ਵਿੱਚ ਪੂਰੀ ਕੱਚੀ ਲਾਈਨ ਨਾਲ ਦਰਸਾਵਾਂਗੇ। ਟੌਪ ਵਾਲੀ ਫੱਟੀ ਇਸ ਪਾਵੇ ਦੇ ਖੱਬੇ ਪਾਸੇ ਵੀ ਲੱਗੀ ਹੋਈ ਹੈ, ਜੋ ਕਿ ਉਰੇ ਸਾਨੂੰ ਕੱਚੀ ਦਿਸੇਗੀ। ਇਸ ਸਥਾਨ 'ਤੇ ਇਹ ਫੱਟੀ ਕੱਚੀ ਲੱਗੇਗੀ। ਸਾਡੀ ਸਾਈਡ ਤਕਰੀਬਨ ਕੰਪਲੀਟ ਹੋ ਚੁੱਕੀ ਹੈ। ਹੁਣ ਅਸੀਂ ਉੱਪਰੋਂ ਜੋ ਪ੍ਰੋਜੈਕਸ਼ਨ ਨੇ, ਇਹ ਫੱਟੀ ਦਾ ਪ੍ਰੋਜੈਕਸ਼ਨ ਇੱਥੇ ਆਊਗਾ, ਇਸ ਦਾ ਇੱਥੇ ਆਊਗਾ। ਐਲੀਵੇਸ਼ਨ ਦੀ ਸਹਾਇਤਾ ਨਾਲ ਪੂਰਾ ਕਰਾਂਗੇ। ਐਲੀਵੇਸ਼ਨ ਦੇ ਵਿੱਚੋਂ ਪਹਿਲਾਂ ਲਾਈਆਂ ਗਈਆਂ ਫੱਟੀਆਂ ਦੇ ਪ੍ਰੋਜੈਕਸ਼ਨ ਭਾਵ ਸਾਨੂੰ ਦਿਸ ਨਹੀਂ ਰਹੀਆਂ, ਲੱਗੀਆਂ ਹੋਈਆਂ ਹਨ। ਡਾਟਡ ਲਾਈਨ, ਦਾਣੇਦਾਰ ਲਾਈਨ ਨਾਲ ਅਸੀਂ ਪ੍ਰਗਟ ਕਰਾਂਗੇ। ਇਸ ਨੂੰ ਵੀ ਅਸੀਂ ਇੱਥੇ ਦਿਖਾਵਾਂਗੇ। ਸਾਈਡ ਸਾਡੀ ਕੰਪਲੀਟ ਹੋ ਚੁੱਕੀ ਹੈ। ਇਹ ਫੱਟੀ ਵੀ ਅਸੀਂ ਲਾ ਦਿੱਤੀ ਹੈ, ਇਹ ਵੀ ਅਸੀਂ ਲਾ ਦਿੱਤੀ ਹੈ। ਟੌਪ ਵੀ ਸਾਡਾ ਲੱਗ ਗਿਆ ਹੈ, ਇਹ ਵੀ ਲੱਗ ਗਿਆ ਹੈ, ਇਹ ਵੀ ਲੱਗ ਗਿਆ ਹੈ। ਹੁਣ ਅਸੀਂ ਤਲ ਨੂੰ ਪੂਰਾ ਕਰਾਂਗੇ। ਤਲ ਦੇ ਵਿੱਚ ਸਾਨੂੰ ਕੀ ਦਿਸ ਰਿਹਾ ਹੈ? ਆ 2 ਪਾਵੇ ਕੁਰਸੀ ਦੇ ਸਾਨੂੰ ਪੱਕੇ ਦਿਸ ਰਹੇ ਹਨ, ਇਹਨਾਂ ਨੂੰ ਅਸੀਂ ਪੱਕੇ ਲਾਵਾਂਗੇ। 2 ਪਾਵੇ ਜਿਹੜੇ ਅਗਲੇ ਹਨ ਉਹ ਟੌਪ ਦੇ ਥੱਲੇ ਹਨ, ਸਾਨੂੰ ਇਸ ਸਥਾਨ 'ਤੇ ਦਿਸਣਗੇ। ਹੇਠਾਂ ਲੱਗੇ ਹੋਏ ਹਨ ਪਰੰਤੂ ਸਾਨੂੰ ਪ੍ਰਤੱਖ ਨਹੀਂ ਦਿਸ ਰਹੇ, ਇਸ ਲਈ ਅਸੀਂ ਕੱਚੀ ਲਾਈਨ ਲਾਵਾਂਗੇ। ਇਹ ਫੱਟੀ 2 ਸੈਂਟੀਮੀਟਰ ਦੀ ਹੈ, ਜੋ ਕਿ ਇਸ ਸਥਾਨ 'ਤੇ ਲੱਗੇਗੀ। ਇਹ ਚਾਰੇ ਪਾਸੇ ਲੱਗੀ ਹੋਈ ਹੈ, ਇੱਧਰ ਚਾਰੇ ਪਾਸੇ ਲੱਗੇਗੀ। ਸਾਈਡ ਦੇ ਵਿੱਚੋਂ ਪਹਿਲਾਂ ਅਸੀਂ ਪ੍ਰੋਜੈਕਸ਼ਨ ਬਾਕਸ ਦੇ ਵਿੱਚ ਪ੍ਰੋਜੈਕਸ਼ਨ ਲਿਆਉਂਦੇ ਹਾਂ। ਇਸ ਪ੍ਰੋਜੈਕਸ਼ਨ ਨੂੰ ਥੱਲੇ ਲੈ ਆਓ। ਇਸ ਸਕੈਚ ਦੇ ਵਿੱਚ ਸਾਈਡ ਸਾਨੂੰ ਸੱਜੇ ਪਾਸੇ ਸੱਜੇ ਹੱਥ ਦਿਸ ਰਹੀ ਹੈ, ਇਸ ਲਈ ਅਸੀਂ ਪ੍ਰੋਜੈਕਸ਼ਨ ਬਾਕਸ ਦਾ ਕਾਰਨ ਉੱਪਰੋਂ ਸੱਜਾ ਕਾਰਨਰ ਹੇਠੋਂ ਖੱਬੇ ਨਾਲ ਮਿਲਾਵਾਂਗੇ। ਇਸੇ ਤਰ੍ਹਾਂ ਹੀ ਪਾਵੇ ਦਾ ਪ੍ਰੋਜੈਕਸ਼ਨ ਹੇਠਾਂ ਲਿਆਓ।
ਪਹਿਲੇ ਪਾਵੇ ਸਾਨੂੰ ਪੱਕੇ ਦਿਸਣਗੇ। 4-4 ਸੈਂਟੀਮੀਟਰ ਸਕੁਅਰ ਦੇ, ਬਾਕੀ ਲਾਈਨਾਂ ਸਾਡੀਆਂ ਕੱਚੀਆਂ ਲੱਗਣਗੀਆਂ। ਪਾਵੇ ਦੇ ਸਾਈਜ਼ ਦਾ ਇਹ ਸਪੋਰਟ ਲੱਗੀ ਹੋਈ ਹੈ, ਇਸ ਕਰਕੇ ਇਸ ਦਾ ਪ੍ਰੋਜੈਕਸ਼ਨ ਤਾਲ ਦੇ ਵਿੱਚ ਕੱਚੀ ਲਾਈਨ ਨਾਲ ਦਰਸਾਇਆ ਜਾਵੇਗਾ। ਕਿਉਂਕਿ ਜਿੰਨੀ 4 ਸੈਂਟੀਮੀਟਰ ਹੈ, 4 ਸੈਂਟੀਮੀਟਰ ਹੀ ਸਾਡਾ ਪਾਵਾ ਹੈ, ਇਸ ਲਈ ਇਸੇ ਪ੍ਰੋਜੈਕਸ਼ਨ ਨੂੰ ਵਰਤ ਕੇ ਅਸੀਂ ਹੇਠਾਂ ਤਲ ਵਿੱਚ ਵਿਖਾਵਾਂਗੇ। ਕੱਚੀਆਂ ਲਾਈਨਾਂ ਲੱਗਣਗੀਆਂ। ਹੁਣ ਅਸੀਂ ਪ੍ਰੋਜੈਕਸ਼ਨ ਬਾਕਸ ਦੀ ਸਹਾਇਤਾ ਨਾਲ ਪਹਿਲਾਂ ਪਾਵਾ ਕੰਪਲੀਟ ਕਰਾਂਗੇ 4 ਸੈਂਟੀਮੀਟਰ ਸਕੁਅਰ ਦਾ। ਇਹ ਪਾਵੇ ਪੱਕੇ ਲੱਗਣਗੇ। ਪਹਿਲੇ 2 ਲਾਈਨਾਂ ਕੱਚੀਆਂ ਲੱਗਣ, ਪੱਕੀ ਲਾਈਨ ਲੱਗੇਗੀ ਇਹ। ਇਹ ਲਾਈਨ ਸਾਡੀ ਪੱਕੀ ਲੱਗੇਗੀ ਕਿਉਂਕਿ ਸਾਨੂੰ ਉੱਪਰੋਂ ਇਹ ਦੋਨੇ ਲਾਈਨਾਂ ਦਿਸ ਰਹੀਆਂ ਹਨ, ਇਸ ਲਈ ਇਸ ਨੂੰ ਅਸੀਂ ਪੱਕੀ ਲਾਵਾਂਗੇ। ਹੇਠਲੇ ਪਾਸੇ ਸਾਨੂੰ ਕੋਈ ਲਾਈਨ ਨਹੀਂ ਦਿਸ ਰਹੀ, ਇਸ ਕਰਕੇ 2 ਲਾਈਨਾਂ ਜਿਹੜੀਆਂ ਲੱਗਣੀਆਂ ਹਨ ਉਰੇ ਇਸ ਦੀਆਂ ਤੇ ਇਸ ਪੱਟੀ ਦੀਆਂ 2 ਸੈਂਟੀਮੀਟਰ ਤੇ ਸਾਨੂੰ ਕੱਚੀਆਂ ਦਿਸਣਗੀਆਂ। दो सेंटीमीटर ਤੇ ਲਾਈਨ ਲਾਓ ਵਿਚਕਾਰ। जो कच्ची लगेगी। कच्ची लाइन लाओ। ये कच्ची लाइन इस पट्टी की है क्योंकि ये 4 सेंटीमीटर चौड़ी है तो 2 सेंटीमीटर मोटी है, इसलिए इस स्थान पे कच्ची लगेगी। दोनों पासे है ये, दूजे पासे भी लाओ। उपरों प्रोजेक्शन लियाओ इसदा। एलीवेशन दियां पमैशां की सहायता नाल असीं तल नूं पूरा कर सकते हाँ। दोबारे सानूं पमैशां लाउण की लोड़ नहीं। हुण इधर खब्बा सज्जा पासा ते खब्बा पासा असीं कंप्लीट कर चुके हाँ। हुण असीं उपर ते हेठली लाइनां नूं लावांगे। इस तरह ही एक लाइन इत्थे विचकार है
ਕਿਉਂਕਿ ਇਸ ਦੇ ਪਿਛਲੇ ਪਾਸੇ ਇੱਥੇ ਪੱਟੀ ਲੱਗੀ ਹੋਈ ਹੈ ਜੋ ਕਿ ਸਾਨੂੰ ਦਿਸ ਨਹੀਂ ਰਹੀ। ਕੱਚੀ ਲਾਈਨ ਲਾਵਾਂਗੇ ਅਸੀਂ। ਪ੍ਰੋਜੈਕਸ਼ਨ ਸਾਈਡ ਦੇ ਵਿੱਚੋਂ ਆਏਗਾ। ਕੱਚੀ ਲਾਈਨ ਲੱਗੇਗੀ। ਪੱਟੀ ਲੱਗੀ ਹੋਈ ਹੈ ਪਰੰਤੂ ਸਾਨੂੰ ਦਿਸ ਨਹੀਂ ਰਹੀ, ਇਸ ਲਈ ਅਸੀਂ ਲਾਈਨ ਕੱਚੀ ਨਾਲ ਦਰਸਾਵਾਂਗੇ। ਤਾਲ ਤਕਰੀਬਨ ਸਾਡਾ ਕੰਪਲੀਟ ਹੋ ਚੁੱਕਾ ਹੈ। ਹੁਣ ਤਾਲ ਦੇ ਵਿੱਚ ਇੱਕ ਫੱਟੀ ਲੱਗੀ ਹੋਈ ਹੈ ਜੋ ਕਿ ਸਾਨੂੰ ਤਾਲ ਦੇ ਵਿੱਚ ਇਸ ਸਥਾਨ ਤੇ ਦਿਸੇਗੀ, ਉੱਪਰ ਦਿਸੇਗੀ। ਐਲੀਵੇਸ਼ਨ ਦੇ ਵਿੱਚੋਂ ਪਹਿਲਾਂ ਲਾਈਆਂ ਫਰਮਾਇਸ਼ਾਂ ਤੋਂ ਤਾਲ ਦੇ ਵਿੱਚ ਲਾਓ। ਸਾਡਾ ਤਾਲ ਵੀ ਕੰਪਲੀਟ ਹੋ ਚੁੱਕਾ ਹੈ। ਪਾਵੇ ਸਾਨੂੰ ਪੱਕੇ ਦਿਸਦੇ ਸਨ, ਅਸੀਂ ਪੱਕੇ ਲਾ ਦਿੱਤੇ ਹਨ। ਬਾਕੀ ਪਾਵੇ ਦੋ ਅਗਲੇ ਜੋ ਸਾਨੂੰ ਦਿਸ ਨਹੀਂ ਰਹੇ ਅਸੀਂ ਕੱਚੇ ਲਾਏ ਹਨ। ਇਹ ਫੱਟੀਆਂ ਹੇਠਾਂ ਲੱਗੀਆਂ ਹੋਈਆਂ ਹਨ ਪਰੰਤੂ ਸਾਨੂੰ ਦਿਸ ਨਹੀਂ ਰਹੀਆਂ, ਇਸ ਕਰਕੇ ਅਸੀਂ ਕੱਚੀਆਂ ਲਾਈਆਂ ਹੋਈਆਂ ਹਨ। ਸਾਈਡ ਵੀ ਸਾਡੀ ਕੰਪਲੀਟ ਹੋ ਚੁੱਕੀ ਹੈ। ਹੁਣ ਅਸੀਂ ਫਰਮਾਇਸ਼ਾਂ ਲਿਖਾਂਗੇ। ਫਰਮਾਇਸ਼ਾਂ ਲਿਖੋ। ਸਕੇਲ ਦੀ ਲੰਬਾਈ, ਚੌੜਾਈ, ਉਚਾਈ ਲਿਖੋ। ਪਲਾਨ ਦੀ ਚੌੜਾਈ 38 ਸੈਂਟੀਮੀਟਰ ਲਿਖੋ। ਸਕੇਲ ਦੇ ਵਿੱਚ ਜਿਹੜੀਆਂ ਫੱਟੀਆਂ ਅਸੀਂ ਲਾਈਆਂ ਹਨ ਉਹਨਾਂ ਦੀਆਂ ਮੇਨ ਫਰਮਾਇਸ਼ਾਂ ਨੂੰ ਲਿਖੋ। ਸਕੇਲ ਦੇ ਉੱਪਰ ਖਾਲੀ ਸਥਾਨ ਦੇ ਵਿੱਚ ਬਿਲਕੁਲ ਵਿਚਕਾਰ ਐਲੀਵੇਸ਼ਨ, ਸਾਈਡ ਅਤੇ ਤਲ ਦੇ ਵਿਚਕਾਰ ਪਲਾਨ ਲਿਖੋ। ਇਸੇ ਤਰ੍ਹਾਂ ਹੀ ਹੇਠਾਂ ਛੱਡੀ ਫਾਲਤੂ ਸਥਾਨ ਦੇ ਵਿੱਚ ਪੈਮਾਨਾ ਬਣਾਓ। ਸਕੇਲ 1 ਸੈਂਟੀਮੀਟਰ ਬਰਾਬਰ ਹੈ 4 ਸੈਂਟੀਮੀਟਰ।